आवाज आ रही है बेटा मेरी? यस सर। यस सर। ओके। यस सर। तो ਇਦਾਂ ਹੀ ਆਪਣੇ ਕੋਲ ਜਿਹੜੀ ਨੈਕਸਟ ਐਗਜ਼ਾਮਪਲ ਹੈ, ਤੁਸੀਂ ਇਸ ਦੇ ਵਿੱਚ ਅਗਰ ਇੱਕ ਤੋਂ ਜ਼ਿਆਦਾ ਹੋਰ ਕਲਾਸਿਸ ਐਕਸਟੈਂਡ ਕਰਨੀਆਂ ਚਾਹੋ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ। ਜਿਵੇਂ ਕਲਰ ਡਿਫਾਈਨ ਕਰਨ ਦੇ ਲਈ ਕਲਰ ਬਾਕਸ ਵਾਲੀ ਕਲਾਸ ਬਣਾ ਸਕਦੇ ਹੋ, ਠੀਕ ਹੈ। ਉਸ 'ਚ ਇੱਕ ਹੋਰ ਐਲੀਮੈਂਟ ਵੀ ਐਡ ਹੋ ਸਕਦਾ ਕਲਰ, ਠੀਕ ਹੈ। ਸੋ ਇਦਾਂ ਤੁਸੀਂ ਜਿੰਨਾ ਐਕਸਪੈਰੀਮੈਂਟ ਚਾਹੋ ਇਸ ਦੇ ਨਾਲ ਕਰ ਸਕਦੇ ਹੋ। ਉਸ ਤੋਂ ਬਾਅਦ ਹੈ ਬੇਟਾ ਸੁਪਰ ਕਲਾਸ ਵੇਰੀਏਬਲ ਕੈਨ ਰੈਫਰੈਂਸ ਅ ਸਬ ਕਲਾਸ ਆਬਜੈਕਟ। ਅ ਸੁਪਰ ਕਲਾਸ ਵੇਰੀਏਬਲ ਕੈਨ ਰੈਫਰੈਂਸ ਅ ਸਬ ਕਲਾਸ ਆਬਜੈਕਟ। ਹੁਣ ਇਹ ਕੀ ਚੀਜ਼ ਹੈ? A reference variable of a superclass can be assigned a reference to any subclass derived from the superclass. So ਇਸ 'ਚ ਆਪਾਂ ਦੇਖਦੇ ਹਾਂ ਬੇਟਾ ਕੀ ਚੀਜ਼ ਹੈ ਇਹ। ਇੱਕ ਕਲਾਸ ਕ੍ਰੀਏਟ ਕੀਤੀ ਹੈ ਇੱਥੇ ਰੈਫਰੈਂਸ ਡੈਮੋ, ਠੀਕ ਹੈ, ਐਂਡ ਮੇਨ ਕਲਾਸ ਹੀ ਹੈ ਇਹ। ਉਸ ਤੋਂ ਬਾਅਦ ਬਾਕਸ ਵੇਟ ਅਸੀਂ ਅਸਾਈਨ ਕਰ ਲਿਆ, ਜੋ ਅਸੀਂ ਉੱਪਰ ਬਾਕਸ ਵੇਟ ਵਾਲੀ ਕਲਾਸ ਬਣਾ ਕੇ ਆਏ ਸੀ। ਐਂਡ ਉਸ ਤੋਂ ਬਾਅਦ ਇੱਕ ਅਸੀਂ ਇੱਥੇ ਕਲਾਸ ਬਣਾਈ ਹੈ, ਆਬਜੈਕਟ ਕ੍ਰੀਏਟ ਕੀਤਾ ਪਲੇਨ ਬਾਕਸ, ਠੀਕ ਹੈ। ਬਾਕਸ ਕਲਾਸ ਦਾ ਆਬਜੈਕਟ ਬਣਾ ਲਿਆ ਪਲੇਨ ਬਾਕਸ। ਹੁਣ ਇੱਥੇ ਵੋਲਿਊਮ ਵੀ ਅਸੀਂ ਕੈਲਕੂਲੇਟ ਕਰ ਲਿਆ, ਵੇਟ ਬਾਕਸ ਦੇ ਨਾਲ ਅਸੀਂ ਸਾਰਾ ਕੁਝ ਇੱਥੇ ਕੈਲਕੂਲੇਟ ਕਰ। ਹੁਣ ਇੱਥੇ ਦੇਖੋ ਬੇਟਾ, ਜਿਹੜਾ ਵੇਟ ਬਾਕਸ ਹੈ, ਵੇਟ ਬਾਕਸ ਜਿਹੜਾ ਆਬਜੈਕਟ ਹੈ, ਆਹ ਵਾਲਾ ਆਬਜੈਕਟ, ਇਸ ਨੂੰ ਅਸੀਂ ਕੀ ਕਰਤਾ, ਅਸੀਂ ਇਸ ਨੂੰ ਪਲੇਨ ਬਾਕਸ ਦੇ ਇਕੁਅਲ ਰੱਖਤਾ, ਅਸੀਂ ਇਸ ਨੂੰ ਰੈਫਰੈਂਸ ਦੇ। ਹੁਣ ਜਿਹੜਾ ਪਲੇਨ ਬਾਕਸ ਹੈ ਉਹ ਸਿੱਧਾ ਵੋਲਿਊਮ ਕ੍ਰੀਏਟ ਕਰ ਸਕਦਾ ਹੈ। The following statement is invalid because plain box doesn't define a weight member. But ਜਦੋਂ ਤੁਸੀਂ plain box ਦੇ ਨਾਲ weight ਨੂੰ ਕਰਨ ਦੀ ਕੋਸ਼ਿਸ਼ ਕਰੋਗੇ ਤਾਂ weight ਕਾਲ ਨਹੀਂ ਹੋਏ। ਇਸ ਨੂੰ ਐਗਜ਼ਾਮਪਲ ਦੇ ਤੌਰ ਤੇ ਦੇਖਦੇ, ਠੀਕ ਹੈ। ਸੋ ਮੈਂ ਕੀ ਕਰਦਾ, ਮੈਂ ਬੇਟਾ ਇਸ ਨੂੰ ਕਰ ਦਿੰਦਾ ਕਮੈਂਟ, ਠੀਕ ਹੈ। ਸਾਰਿਆਂ ਨੂੰ ਪਤਾ ਹੀ ਹੋਊਗਾ, ਸਲੈਸ਼ ਇੱਕ ਫਾਰਵਰਡ ਸਲੈਸ਼ ਸਟਾਰ ਐਂਡ ਉਸ ਤੋਂ ਬਾਅਦ again star and forward slash. This is for comment, multi-line comment. Okay, ਹੁਣ ਮੈਂ ਇੱਥੇ ਕੀ ਕਰਦਾ ਬੇਟਾ, ਧਿਆਨ ਨਾਲ ਦੇਖੋ। ਇੱਥੇ ਮੈਂ ਇੱਕ ਬਾਕਸ ਕਲਾਸ ਜਿਹੜੀ ਆਪਾਂ ਬਣਾਈ ਸੀ, ਆਹ ਵਾਲੀ ਕਲਾਸ, ਮੈਂ ਇਸ ਦਾ ਵੀ ਇੱਕ ਆਬਜੈਕਟ ਬਣਾ ਲੈਣਾ, ਠੀਕ ਹੈ। ਇਸ ਦਾ ਵੀ ਇੱਕ ਸਿੰਪਲ ਪਲੇਨ ਬਾਕਸ ਕਰਕੇ ਆਬਜੈਕਟ ਬਣਾ ਲੈਣਾ, ਨਿਊ ਦੈਨ ਬਾਕਸ, ਠੀਕ ਹੈ। ਹੁਣ ਮੈਂ ਕੀ ਕੀਤਾ, ਮੈਂ ਜਿਹੜਾ ਵੋਲਿਊਮ ਹੈ, ਮੈਂ ਆਹ ਵਾਲਾ ਜਿਹੜਾ ਵੋਲਿਊਮ ਹੈ, ਆਹ ਵਾਲਾ ਕੋਡ ਇਹਨਾਂ ਕਾਪੀ ਕਰ ਲੈਣਾ। ਮੈਨੂੰ ਇਹ ਕੋਡ ਚਾਹੀਦਾ ਤਾਂ ਮੈਂ ਸਿੰਪਲੀ ਇੱਥੇ ਲਿਖਤਾ। ਹੁਣ ਇਹਦੇ ਨਾਲ ਕੀ ਹੋ ਰਿਹਾ ਮੇਰਾ, ਧਿਆਨ ਨਾਲ ਦੇਖੋ। ਜਿਹੜਾ ਮੇਰਾ ਮਾਈ ਬਾਕਸ 1 ਮੈਂ ਨਾਮ ਦਾ ਜਿਹੜਾ ਆਬਜੈਕਟ ਬਣਾਇਆ ਸੀ, ਕਿਸ ਕਲਾਸ ਦਾ, ਬਾਕਸ ਵੇਟ ਕਲਾਸ ਦਾ, ਉਹ ਬਾਕਸ ਵੇਟ ਕਲਾਸ ਦਾ ਜਿਹੜਾ ਬਾਕਸ ਸੀਗਾ ਆਬਜੈਕਟ ਮਾਈ ਬਾਕਸ 1, ਉਹ ਮਾਈ ਬਾਕਸ 1 ਦਾ ਵੋਲਿਊਮ ਇੱਥੇ ਬਣਿਆ, ਉਹ ਵੋਲਿਊਮ ਇੱਥੇ ਪ੍ਰਿੰਟ ਹੋ ਗਿਆ। ਐਂਡ ਮਾਈ ਬਾਕਸ 1 ਦਾ ਜੋ ਵੇਟ ਸੀਗਾ ਉਹ ਵੀ ਇੱਥੇ ਪ੍ਰਿੰਟ ਹੋ ਗਿਆ। ਆਪਾਂ ਇਹਨੂੰ ਰਨ ਕਰਕੇ ਦੇਖ ਲੈਂਦੇ ਹਾਂ, ਇਹਨੂੰ ਪਹਿਲਾਂ ਸੇਵ ਕਰਦੇ ਹਾਂ, ਫਿਰ ਉਸ ਤੋਂ ਬਾਅਦ ਰਨ ਕਰਕੇ ਦੇਖਦੇ ਹਾਂ, ਤਾਂ ਤੁਸੀਂ ਦੇਖੋਗੇ ਇੱਥੇ ਆਹ ਚੀਜ਼ ਇੰਨੀ ਆ ਗਈ। ਓਕੇ, ਹੁਣ ਇਹ ਕੀ ਕਹਿ ਰਿਹਾ, ਇਹ ਕਹਿ ਰਿਹਾ ਜਿਹੜਾ ਸਬ ਕਲਾਸ ਦਾ, ਸਬ ਕਲਾਸ ਕਿਹੜੀ ਹੈ ਬੇਟਾ, ਦਿਸ ਇਜ਼ ਸਬ ਕਲਾਸ। ਬਾਕਸ ਵੇਟ ਕੀ ਹੈ, ਬਾਕਸ ਵੇਟ ਇਟ ਇਜ਼ ਅ ਸਬ ਕਲਾਸ। ਐਂਡ ਸੁਪਰ ਕਲਾਸ ਕਿਹੜੀ ਹੈ, ਜਿਹੜੀ ਮੇਨ ਕਲਾਸ, ਜਿਹੜੀ ਟੌਪ ਦੀ ਕਲਾਸ ਹੈ। ਮੇਨ ਕਲਾਸ ਨਹੀਂ ਕਹਾਂਗੇ ਇਹਨੂੰ, ਇਹਨੂੰ ਟੌਪ ਤੇ ਕਲਾਸ ਕਹਾਂਗੇ, ਜਿਹੜੀ ਟੌਪ ਕਲਾਸ ਸੁਪਰ ਕਲਾਸ ਬਾਕਸ, ਕਿਉਂਕਿ ਬਾਕਸ ਤੋਂ ਬਣਿਆ ਬਾਕਸ ਵੇਟ, ਠੀਕ ਹੈ। ਹੁਣ ਆਪਾਂ ਇੱਥੇ ਕੀ ਕਰਨਾ ਹੈ, ਇੱਥੇ ਇਹ ਕਹਿ ਰਿਹਾ ਕਿ ਜਿਹੜਾ ਸੁਪਰ ਕਲਾਸ ਦਾ ਆਬਜੈਕਟ ਹੈ ਪਲੇਨ ਬਾਕਸ, ਠੀਕ ਹੈ, ਉਸ ਨੂੰ ਅਸੀਂ ਕੀ ਕਰ ਸਕਦੇ ਹਾਂ, ਇਟ ਕੈਨ ਰੈਫਰ, ਇਟ ਕੈਨ ਹੈਵ ਅ ਰੈਫਰੈਂਸ। ਕਿਸ ਚੀਜ਼ ਦੇ ਰੈਫਰੈਂਸ ਹੋ ਸਕਦੀ ਹੈ, ਇਸ ਦੀ ਸਬ ਕਲਾਸ ਦੇ ਆਬਜੈਕਟ ਦੀ, ਮਾਈ ਬਾਕਸ 1। ਅਸੀਂ ਆਹ ਚੀਜ਼ ਕਰ ਸਕਦੇ, ਇਹ ਕਹਿ ਰਿਹਾ। ਯਾਨੀ ਜਿਹੜਾ ਮਾਈ ਬਾਕਸ 1 ਬਣਾਇਆ ਸੀ ਆਬਜੈਕਟ, ਠੀਕ ਹੈ, ਹੁਣ ਪਲੇਨ ਬਾਕਸ ਵੀ ਕਿਸ ਨੂੰ ਪੁਆਇੰਟ ਕਰ ਰਿਹਾ ਹੈ, ਮਾਈ ਬਾਕਸ 1 ਨੂੰ ਹੀ ਪੁਆਇੰਟ ਕਰ ਰਿਹਾ। ਹਾਂਜੀ ਬੇਟਾ, ਇਹ ਚੀਜ਼ ਸਮਝ ਲੱਗੀ ਇੰਨੀ ਕੁ? यस सर। ਹਾਂਜੀ ਬੇਟਾ, ਕਲੀਅਰ ਹੋਏ? ਹਾਂ, तो ਕੀ ਇਸ ਕੀ ਕਹਿਣਾ ਕੀ ਚਾਹ ਰਿਹਾ ਮੈਂ, ਕਿ ਜਿਹੜਾ ਪਲੇਨ ਬਾਕਸ ਅਸੀਂ ਬਣਾਇਆ ਸੀ, ਜੋ ਮੇਨ ਕਲਾਸ, ਸੌਰੀ ਜੋ ਸੁਪਰ ਕਲਾਸ ਦਾ ਆਬਜੈਕਟ ਹੈ, ਉਹ ਹੁਣ ਸਬ ਕਲਾਸ ਦੇ ਆਬਜੈਕਟ ਨੂੰ ਕੀ ਕਰ ਰਿਹਾ ਹੈ, ਰੈਫਰੈਂਸ ਕਰ, ਠੀਕ ਹੈ ਨਾ, ਉਸ ਨੂੰ ਪੁਆਇੰਟ ਕਰ। ਬਟ ਇਸ 'ਚ ਇੱਕ ਛੋਟੀ ਜਿਹੀ ਦਿੱਕਤ ਹੈ। ਉਹ ਦਿੱਕਤ ਕੀ ਹੈ, ਉਹ ਦਿੱਕਤ ਵੀ ਆਪਾਂ ਇੱਥੇ ਦੇਖਦੇ ਹਾਂ। ਹੁਣ ਅਸੀਂ ਇੱਕ ਵੋਲਿਊਮ ਵੇਰੀਏਬਲ ਲੈ ਲਿਆ, ਹੁਣ ਅਸੀਂ
ਪਲੇਨ ਬਾਕਸ ਦੇ ਰਾਹੀਂ ਵੋਲਿਊਮ ਨੂੰ ਕੈਲਕੂਲੇਟ ਕਰ। ਠੀਕ ਹੈ ਜੀ, ਇੱਥੇ ਤੱਕ ਸਾਰਾ ਕੁਝ ਠੀਕ ਹੈ। ਐਂਡ ਉਸ ਤੋਂ ਬਾਅਦ ਸੇਮ ਵਾਈਜ਼ ਅਸੀਂ ਇੱਥੇ ਇੱਕ ਸਟੇਟਮੈਂਟ ਵੀ ਲਿਖ ਲਈ ਪ੍ਰਿੰਟ ਕਰਾਉਣ ਦੇ ਲਈ, ਵੋਲਿਊਮ ਆਫ ਮਾਈ ਪਲੇਨ ਬਾਕਸ। ਇੱਥੇ ਤੱਕ ਸਾਰਾ ਕੁਝ ਠੀਕ ਲੱਗ ਰਿਹਾ ਹੈ। ਰਨ ਕਰਕੇ ਦੇਖਦੇ ਹਾਂ। ਓਕੇ, ਸੋ ਰਨ ਕਰਕੇ ਦੇਖਿਆ, ਰਨ ਕਰਕੇ ਵੀ ਸਾਰਾ ਕੁਝ ਠੀਕ ਹੈ। ਇਹਦਾ ਵੀ ਆਂਸਰ 3000 ਹੈ, ਇਹਦਾ ਵੀ 3000 ਹੈ। ਆਉਣਾ ਹੀ ਚਾਹੀਦਾ 3000। ਕਾਰਨ ਕੀ ਹੈ? ਕਿਉਂਕਿ ਦੋਨੇ ਇੱਕੋ ਹੀ ਚੀਜ਼ ਨੂੰ ਪੁਆਇੰਟ ਕਰ ਰਹੇ। ਠੀਕ ਹੈ, ਇਕੁਅਲ ਟੂ ਰੱਖਣ ਦਾ ਮਤਲਬ ਸੈਪਰੇਟ ਕਾਪੀ ਨਹੀਂ ਹੁੰਦਾ ਬੇਟਾ। ਆਪਾਂ ਪੜਿਆ ਸੀ, ਤੁਹਾਨੂੰ ਯਾਦ ਹੋਵੇ ਪਿਛਲੇ ਚੈਪਟਰ ਦੇ ਵਿੱਚ, ਕਿ ਇਕੁਅਲ ਟੂ ਰੱਖਣ ਦਾ ਮਤਲਬ ਸੈਪਰੇਟ ਕਾਪੀ ਨਹੀਂ ਹੈ। ਠੀਕ ਹੈ, ਮੈਂ ਉਹ ਦੁਬਾਰਾ ਵੀ ਇੱਥੇ ਤੁਹਾਨੂੰ ਕੱਢ ਦਿੰਦਾ। ਸੋ ਇਕੁਅਲ ਟੂ ਰੱਖਣ ਦਾ ਮਤਲਬ is not a separate copy, rather ਕੀ ਚੀਜ਼ ਹੈ ਇਹ? ਸੋ ਬੁੱਕ ਦੇ ਵਿੱਚੋਂ ਜਸਟ ਅ ਸੈਕਿੰਡ, ਸੋ ਮੈਂ ਤੁਹਾਨੂੰ ਬੁੱਕ ਦੇ ਵਿੱਚੋਂ ਪ੍ਰੋਪਰ ਦਿਖਾ ਦਿੰਦਾ ਪੁਆਇੰਟ ਜਿਹੜਾ ਆਪਾਂ ਯੂਜ਼ ਕੀਤਾ ਸੀ। ਹਾਂਜੀ ਬੇਟਾ, ਸੋ ਆ ਦੇਖੋ, ਆ ਤੁਹਾਨੂੰ ਯਾਦ ਹੋਏਗਾ ਆਪਾਂ ਆ ਚੀਜ਼ ਯੂਜ਼ ਕੀਤੀ ਸੀ। ਹਾਂਜੀ, ਸਕਰੀਨ ਦੇਖ ਪਾ ਰਹੇ ਹੋ ਬੇਟਾ? यस सर। ਹਾਂਜੀ ਬੇਟਾ, ਆਪਾਂ ਉਸ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਆ ਆਪਾਂ ਸਟੇਟਮੈਂਟ ਕੀਤੀ ਸੀ b2 = b1 ਜਦੋਂ ਆਪਾਂ ਲਿਖਦੇ ਆ। ਠੀਕ ਹੈ, ਤਾਂ ਉਹਦਾ ਮਤਲਬ ਸੈਪਰੇਟ ਕਾਪੀਆਂ ਨਹੀਂ ਹੁੰਦਾ, ਉਹਦਾ ਮਤਲਬ ਹੁੰਦਾ ਇੱਕੋ ਹੀ ਆਬਜੈਕਟ ਨੂੰ ਉਹ ਪੁਆਇੰਟ ਕਰ ਰਹੇ। ਠੀਕ ਹੈ, ਸੋ ਇੱਥੇ ਵੀ ਉਹੀ ਕਨਸੈਪਟ ਹੈ, ਇੱਥੇ ਵੀ ਉਹੀ ਕਨਸੈਪਟ ਹੈ। ਇੱਥੇ ਵੀ ਅਸੀਂ ਕੀ ਕਰ ਰਹੇ ਹਾਂ? ਅਸੀਂ ਸੈਪਰੇਟ ਕਾਪੀਜ਼ ਨਹੀਂ ਹੈ, ਪਲੇਨ ਬਾਕਸ ਤੇ ਵੇਟ ਬਾਕਸ ਇੱਕੋ ਹੀ ਕਾਪੀ ਨੂੰ ਪੁਆਇੰਟ ਕਰ ਰਹੇ। ਬਟ ਹੁਣ ਕਿਤੇ ਛੋਟਾ ਜਿਹਾ ਫਰਕ ਹੈ। ਛੋਟਾ ਜਿਹਾ ਫਰਕ ਇਹ ਹੈ ਬੇਟਾ ਕਿ ਜਿਹੜਾ ਪਲੇਨ ਬਾਕਸ ਵਾਲਾ ਆਬਜੈਕਟ ਹੈ ਉਸ ਕੋਲ ਤਾਂ ਤਿੰਨ ਚੀਜ਼ਾਂ ਹੀ ਨੇ। ਕਿਹੜੀਆਂ ਕਿਹੜੀਆਂ ਤਿੰਨ ਚੀਜ਼ਾਂ ਨੇ? ਵਿਡਥ ਹੈ, ਡੈਪਥ ਹੈ ਐਂਡ ਹਾਈਟ ਹੈ। ਜਿਹੜਾ ਵੇਟ ਬਾਕਸ ਵਾਲਾ ਆਬਜੈਕਟ ਹੈ ਉਸ ਕੋਲ ਕੀ ਹੈ? ਡੈਪਥ ਵੀ ਹੈ, ਵਿਡਥ ਵੀ ਹੈ, ਹਾਈਟ ਵੀ ਹੈ ਐਂਡ weight ਵੀ ਹੈ। ਸਮਝ ਲੱਗਿਆ? यस सर। Yes, sir. ਹਾਂਜੀ, ਸੋ ਉਹਦੇ ਨਾਲ ਪ੍ਰੋਬਲਮ ਕੀ ਆਏਗੀ? ਉਹਦੇ ਨਾਲ ਪ੍ਰੋਬਲਮ ਕੀ ਆਏਗੀ? ਉਹਦੇ ਨਾਲ ਪ੍ਰੋਬਲਮ ਆਏਗੀ ਆਹਾ, ਮੈਂ ਜਿਹੜੀ weight ਵਾਲੀ ਸਟੇਟਮੈਂਟ ਹੈ, ਅਗਰ ਮੈਂ weight ਵਾਲੀ ਸਟੇਟਮੈਂਟ ਨੂੰ ਪ੍ਰਿੰਟ ਕਰਨਾ ਚਾਹੁੰਦਾ ਪਲੇਨ ਬਾਕਸ ਦੇ ਨਾਲ, ਪਲੇਨ ਬਾਕਸ ਆਬਜੈਕਟ ਨੂੰ ਯੂਜ਼ ਕਰਕੇ ਲਾਈਕ ਦਿਸ, ਤਾਂ ਤੁਸੀਂ ਦੇਖੋਗੇ, ਇੱਥੇ ਦੇਖ ਪਾ ਰਹੇ ਹੋ ਬੇਟਾ ਸਾਰੇ? ਇੱਥੇ ਨਾਲ ਦੀ ਨਾਲ ਇੱਕ ਰੈੱਡ ਲਾਈਨ ਸ਼ੁਰੂ ਹੋਗੀ ਸ਼ੋ ਹੋਣੀ। ਦੇਖ ਰਹੇ ਹੋ ਬੇਟਾ? यस सर। Yes, sir. ਹਾਂਜੀ, ਕਿਉਂ ਐਰਰ ਦੇ ਰਿਹਾ ਇੱਥੇ? weight क्योंकि cannot sir- be resolved। ਹਾਂ, ਕਿਉਂਕਿ weight ਪਲੇਨ ਬਾਕਸ ਵਾਲੇ ਆਬਜੈਕਟ ਦਾ, ਜਾਂ ਜਿਹੜਾ ਪਲੇਨ ਬਾਕਸ ਜਿਹੜੀ ਕਲਾਸ ਨੂੰ ਬਿਲੋਂਗ ਕਰ ਰਿਹਾ, weight ਉਸ ਦਾ ਪਾਰਟ ਹੈ ਹੀ ਨਹੀਂ। ਠੀਕ ਹੈ ਨਾ? Yes ਪਲੇਨ sir। ਬਾਕਸ ਕਿਸ ਨੂੰ ਬਿਲੋਂਗ ਕਰ ਰਿਹਾ ਬੇਟਾ? ਪਲੇਨ ਬਾਕਸ ਕਿਸ ਨੂੰ ਬਿਲੋਂਗ ਕਰ ਰਿਹਾ? ਬਾਕਸ ਨੂੰ। Width। Wait. यस। ਬਾਕਸ ਨੂੰ ਬਿਲੋਂਗ ਕਰ ਰਿਹਾ ਨਾ ਬੇਟਾ ਇੱਥੇ? यस सर बॉक्स। ਨਹੀਂ ਬੇਟਾ, ਆ ਦੇਖੋ, ਬਾਕਸ ਨੂੰ ਬਿਲੋਂਗ ਕਰ ਰਿਹਾ ਨਾ, ਤਾਂ ਬਾਕਸ ਦੇ ਵੇਰੀਏਬਲ ਕਿਹੜੇ ਨੇ? ਵਿਡਥ ਹੈ, ਹਾਈਟ ਹੈ, हाइट and डेप्थ। Depth. ਹਾਈਟ ਹੈ ਤੇ ਡੈਪਥ। ਠੀਕ ਹੈ, weight ਤਾਂ ਇਸਦਾ ਪਾਰਟ ਹੈ ਹੀ ਨਹੀਂ, ਸੋ ਦੈਟ ਮੀਨਸ ਇੱਥੇ ਇਹਨੇ ਐਰਰ ਫਲੈਸ਼ ਕਰ। ਠੀਕ ਹੈ, ਅਗਰ ਇਹਨੂੰ ਰਨ ਕਰਨ ਦੀ ਕੋਸ਼ਿਸ਼ ਵੀ ਕਰੋਗੇ ਤਾਂ ਤੁਹਾਡੇ ਕੋਲ ਐਰਰ ਆ ਜਾਏਗਾ। तो एरर आएगा। क्लियर है बेटा सारे नू? Yes, sir. यस सर। तो बेटा इस चीज का ध्यान रखना है। ओके, नेक्स्ट आ जाता बेटा अपने को सुपर कीवर्ड। सुपर कीवर्ड कादे वास्ते आपां यूज करते बेटा? सुपर कीवर्ड असी यूज करते हैं, सो इसनू आपां रिमूव कर लेने हैं जिहड़ा आपां यूज कीता सी। ठीक है, सुपर कीवर्ड ਆਪਾਂ ਬੇਟਾ ਯੂਜ਼ ਕਰਦੇ ਆ ਉਸ ਕੇਸ ਦੇ ਵਿੱਚ ਜਦੋਂ ਅਸੀਂ ਸਬ ਕਲਾਸ ਦੇ ਵਿੱਚ ਸੁਪਰ ਕਲਾਸ ਦਾ ਕੋਈ ਕੰਸਟਰਕਟਰ ਕਾਲ ਕਰਨਾ ਹੋਵੇ। ਜਿਵੇਂ ਆ ਕੰਸਟਰਕਟਰ ਨੇ ਨਾ ਸੁਪਰ ਕਲਾਸ ਤੇ, ਅਗਰ ਇਹਨਾਂ ਨੂੰ ਅਸੀਂ ਕਾਲ ਕਰਨਾ ਹੋਵੇ ਤਾਂ ਅਸੀਂ ਯੂਜ਼ ਕਰਾਂਗੇ ਸੁਪਰ ਮੈਥਡ। ਠੀਕ ਹੈ,
ਹੁਣ ਸੁਪਰ ਮੈਥਡ ਇੱਥੇ ਕਿਵੇਂ ਕਾਲ ਕਰਾਂਗੇ? ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਇੱਥੇ ਆਪਣੇ ਕੋਲ ਇੱਕ ਇਦਾਂ ਦਾ ਪੈਰਾਮੀਟਰ ਇੱਕ ਇਦਾਂ ਦਾ ਫੰਕਸ਼ਨ ਹੈਗਾ ਨਾ ਆਪਣੇ ਕੋਲ ਕੰਸਟਰਕਟਰ, ਸੌਰੀ ਇਦਾਂ ਦਾ ਆਪਣੇ ਕੋਲ ਕੰਸਟਰਕਟਰ ਹੈਗਾ ਨਾ ਇੱਥੇ, ਜਿਹਦੇ ਵਿੱਚ ਵਿਡਥ ਵੀ ਪਾਸ ਹੋ ਰਹੀ ਹੈ, ਹਾਈਟ ਵੀ ਪਾਸ ਹੋ ਰਹੀ ਹੈ ਐਂਡ ਡੈਪਥ ਪਾਸ ਹੋ ਰਹੀ ਹੈ। ਠੀਕ ਹੈ, ਤਿੰਨ ਚੀਜ਼ਾਂ ਪਾਸ ਹੋ ਰਹੀਆਂ ਆਪਣੇ ਕੋਲ। ਹੁਣ ਇਹ ਤਿੰਨ ਚੀਜ਼ਾਂ ਅਸੀਂ ਕੀ ਕਰਾਂਗੇ, ਅਸੀਂ ਸੁਪਰ ਕਲਾਸ ਦੇ ਕੰਸਟਰਕਟਰ ਦੇ ਨਾਲ ਸੈੱਟ ਕਰਾਂਗੇ। ਕਿਵੇਂ ਸੈੱਟ ਕਰਾਂਗੇ? ਆ ਬਾਕਸ ਵੇਟ ਦੇ ਵਿੱਚੋਂ ਮੈਂ ਡਿਲੀਟ ਕਰ ਦਿੰਦਾ, ਇੱਥੇ ਕਾਲ ਕਰੂੰਗਾ ਮੈਂ ਸੁਪਰ। ਸੁਪਰ ਦੇ ਵਿੱਚ ਮੈਂ ਕੀ ਪਾਸ ਕਰੂੰਗਾ? ਹੁਣ ਦੇਖੋ ਬੇਟਾ, ਕੋਈ ਇਦਾਂ ਦਾ ਕੰਸਟਰਕਟਰ ਹੈ ਸੁਪਰ ਕਲਾਸ ਦੇ ਵਿੱਚ? ਵਿਡਥ ਪਾਸ ਕਰ ਰਿਹਾ, ਹਾਈਟ ਪਾਸ ਕਰ ਰਿਹਾ, ਡੈਪਥ ਪਾਸ ਕਰ ਰਿਹਾ। ਸੋ ਅਸੀਂ ਉਸੇ ਆਰਡਰ 'ਚ ਹੀ ਪਾਸ ਕਰਾਂਗੇ, ਵਿਡਥ, ਹਾਈਟ ਐਂਡ ਡੈਪਥ। ਹਾਂਜੀ, ਕਲੀਅਰ ਹੋ ਗਿਆ ਬੇਟਾ? यस सर। ਹੁਣ ਹੋਏਗਾ ਕੀ ਬੱਚੇ, ਜਦੋਂ ਆ Yes. ਆਬਜੈਕਟ ਚੱਲਿਆ, ਜਦੋਂ ਆ ਆਬਜੈਕਟ ਚੱਲਿਆ, ਠੀਕ ਹੈ, ਆ ਕ੍ਰੀਏਟ ਹੋਇਆ ਆਬਜੈਕਟ, ਤਾਂ ਆਟੋਮੈਟਿਕਲੀ ਕਿਹੜਾ ਕੰਸਟਰਕਟਰ ਕਾਲ ਹੋ ਗਿਆ? ਆ ਵਾਲਾ। ਠੀਕ ਹੈ, ਇਹ ਵਾਲਾ ਕੰਸਟਰਕਟਰ ਕਾਲ ਦੇ ਹੋਣ ਦੇ ਨਾਲ ਨਾਲ ਅੰਦਰ ਕੀ ਕਾਲ ਹੋਇਆ? ਸੁਪਰ। ਹੁਣ ਸੁਪਰ ਦਾ ਮਤਲਬ ਕੀ ਹੋ ਗਿਆ? ਮੇਨ ਸੁਪਰ ਕਲਾਸ 'ਚ ਚਲਿਆ ਜਾਵੇ। ਸੁਪਰ ਕਲਾਸ ਚਲਿਆ ਗਿਆ। ਹੁਣ ਸੁਪਰ ਕਲਾਸ 'ਚ ਕਿਹੜਾ ਕੰਸਟਰਕਟਰ ਹੈ ਜਿਹਦੇ ਤਿੰਨ ਪੈਰਾਮੀਟਰਸ ਨੇ? ਸੋ ਸੁਪਰ ਕਲਾਸ 'ਚ ਲੱਭੋ ਕਿਹੜਾ ਕੰਸਟਰਕਟਰ ਹੈ ਜਿਹਦੇ ਤਿੰਨ ਪੈਰਾਮੀਟਰਸ ਨੇ? ਆਹ ਵਾਲਾ। ਠੀਕ ਹੈ, ਇਹਦੇ ਤਿੰਨ ਪੈਰਾਮੀਟਰਸ ਨੇ, ਤਾਂ ਇਸਨੇ ਕੀ ਕਰ ਦੇਣਾ? ਇਸਨੇ ਇਸ ਨੂੰ ਵੈਲਿਊ ਨੂੰ ਸੈੱਟ ਕਰ। ਹਾਂਜੀ, ਕਲੀਅਰ ਹੈ ਬੇਟਾ ਸੁਪਰ ਕੀਵਰਡ ਦਾ ਮਤਲਬ? Yes, sir. ਹਾਂਜੀ ਬੇਟਾ, ਸੋ ਸੁਪਰ ਕੀਵਰਡ ਦਾ ਮਤਲਬ ਇਹੀ ਹੈ ਕਿ ਤੁਸੀਂ ਸੁਪਰ ਕਲਾਸ ਦੇ ਕੰਸਟਰਕਟਰ ਨੂੰ ਕਾਲ ਕਰ ਸਕਦੇ ਹੋ ਐਂਡ ਤੁਸੀਂ ਉੱਥੇ ਉਸ ਨੂੰ ਯੂਜ਼ ਕਰ ਸਕਦੇ ਹੋ। ਸੋ ਇੱਥੇ ਆਪਣੇ ਕੋਲ ਐਗਜ਼ਾਮਪਲ ਦਿੱਤੀ ਹੋਈ ਹੈ, ਸੋ ਇਹ ਐਗਜ਼ਾਮਪਲ ਨੂੰ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਠੀਕ ਹੈ, ਸੋ ਦੈਟ ਇਜ਼ ਅਪ ਟੂ ਯੂ, ਤੁਸੀਂ ਇਸ ਨੂੰ ਕਿੱਦਾਂ ਯੂਜ਼ ਕਰਨਾ, ਬਟ ਅਦਰਵਾਈਜ਼ ਤੁਸੀਂ ਆ ਸਿੰਪਲ ਐਗਜ਼ਾਮਪਲ ਕਰ ਲਓ, ਦੈਟ ਇਜ਼ ਮੋਰ ਦੈਨ that is basically sufficient, है ना? तो आ वाली सिंपल एग्जांपल कर लो सुपर। ओके बेटा, क्लियर है इत्थे तक? यस सर। Yes, sir. ठीक है बेटा, एक होर भी इसका पर्पस है बेटा, अगर तुसी करना चाहो, वो की पर्पस है? वो ये है बेटा कि तुसी सिंपली, ठीक है, तुसी अगर फॉर एग्जांपल ਤੁਹਾਡੇ ਕੋਲ ਕੁਝ ਕੇਸ ਇਦਾਂ ਦਾ ਹੋਵੇ ਜਿੱਥੇ ਤੁਸੀਂ ਡਬਲ ਜੋ ਲਿਆ, ਵਿਡਥ ਲਿਆ ਇੱਥੇ, ਠੀਕ ਹੈ, ਸੇਮ ਵਾਈਜ਼ ਇੱਥੇ ਡਬਲ ਵਿਡਥ ਨਹੀਂ ਕਹੂੰਗਾ ਮੈਂ, ਇੱਥੇ ਕਹੂੰਗਾ ਲੈਟਸ ਸੇ ਡਬਲ ਨੇਮ, ਕੁਝ ਵੀ ਲੈ ਲਿਆ ਮੈਂ ਇੱਥੇ ਨੇਮ, ਸੇਮ ਵਾਈਜ਼ ਇੱਥੇ ਵੀ ਲੈ ਲਿਆ ਮੈਂ ਡਬਲ ਨੇਮ। ਹੁਣ ਜਦੋਂ ਬਾਕਸ ਵੇਟ ਨੇ ਬਾਕਸ ਕਲਾਸ ਨੂੰ ਐਕਸਟੈਂਡ ਕੀਤਾ ਤਾਂ ਇੱਥੇ ਹੁਣ ਕਨਫਿਊਜ਼ਨ ਹੋ ਰਹੀ ਹੈ, ਇੱਕ ਨੇਮ ਤਾਂ ਆ ਵੀ ਹੈ, ਇੱਕ ਨੇਮ ਆ ਵੀ ਹੈ। ਸਮਝ ਰਹੇ ਹੋ ਮੇਰਾ ਪੁਆਇੰਟ? ਹੈ ਨਾ, ਦੋ ਨੇਮ ਆ ਗਏ ਨਾ, ਇੱਕ ਨੇਮ ਤਾਂ ਇਹਦਾ ਆਪਦਾ ਆ ਗਿਆ, ਇੱਕ ਨੇਮ ਆ ਵਾਲਾ ਵੀ ਆ ਗਿਆ। ਹੁਣ ਇਹ ਕਿਵੇਂ ਪਤਾ ਲੱਗੇ ਵੀ ਸੁਪਰ ਕਲਾਸ ਵਾਲੇ ਨੇਮ ਦੀ ਗੱਲ ਕਰ ਰਹੇ ਹਾਂ ਅਸੀਂ, ਇਸ ਕਲਾਸ ਦੇ ਨੇਮ ਦੀ ਗੱਲ ਨਹੀਂ ਕਰ ਰਹੇ? ਤਾਂ ਉਸ ਦਾ ਮੈਥਡ ਹੁੰਦਾ ਬੇਟਾ ਆ ਵਾਲਾ, ਸੁਪਰ ਡਾਟ, ਅਗਰ ਲਿਖੋ ਤੁਸੀਂ ਨੇਮ ਤਾਂ ਇਸ ਦਾ ਮਤਲਬ ਹੈ ਤੁਸੀਂ ਸੁਪਰ ਕਲਾਸ ਦੇ ਨੇਮ ਦੀ ਗੱਲ ਕਰ ਰਹੇ ਹੋ। ਲਾਈਕ ਮੈਂ ਇੱਥੇ ਲਿਖਤਾ ਬਾਕਸ 1, ਠੀਕ ਹੈ। ਅਗਰ ਤੁਸੀਂ ਸਿੰਪਲੀ ਲਿਖੋ ਨੇਮ ਇਕੁਅਲਸ ਟੂ, ਠੀਕ ਹੈ, ਬਾਕਸ, ਤਾਂ ਦੈਟ ਮੀਨਸ ਤੁਸੀਂ, तो ये अपने को सॉरी ਆਪਾਂ ਡਬਲ ਲਿਆ ਸੀ ਨਾ, ਆਪਾਂ ਡਬਲ ਲਿਆ ਸੀ ਉਹਨਾਂ ਦੇ, ਸੋ ਆਪਾਂ ਇਹਦਾ ਡਬਲ ਲਿਆ ਸੀ, ਡਬਲ ਦੈਟ ਮੀਨਸ ਇਹ ਵੈਲਿਊ ਹੈ, ਸਿੰਪਲ ਵੈਲਿਊ ਹੈ, ਤਾਂ ਆਪਾਂ ਵੈਲਿਊ ਹੀ ਲਵਾਂਗੇ। ਠੀਕ ਹੈ, ਅਗਰ ਆਪਾਂ ਨੇਮ ਹੀ ਲਿਖਣਾ ਚਾਹੁੰਦੇ ਹਾਂ ਤਾਂ ਇਸ ਨੂੰ ਆਪਾਂ ਸਟ੍ਰਿੰਗ ਕਰ ਲੈਂਦੇ ਹਾਂ, ਸਟ੍ਰਿੰਗ, ਠੀਕ ਹੈ, ਐਂਡ ਸੇਮ ਵਾਈਜ਼ ਇੱਥੇ ਵੀ ਆਪਾਂ ਕੀ ਕਰ ਲੈਂਦੇ ਹਾਂ, ਓਕੇ। ਸੋ ਇੱਥੇ ਮੈਂ ਲਿਖ ਦਿੰਦਾ ਬਾਕਸ 1 ਐਂਡ ਇੱਥੇ ਲਿਖ ਦਿੰਦਾ ਮੈਂ ਬਾਕਸ 2, ਠੀਕ ਹੈ। ਸੋ ਸੌਰੀ, ਬਾਕਸ, so this is also string and this is also string,
ਸੋ ਇੱਥੇ ਕੁਝ ਇਸ਼ੂ ਆ ਰਿਹਾ ਬੇਟਾ ਸਟ੍ਰਿੰਗ ਦੇ ਰਿਲੇਟਡ। ਸੋ ਅਗਰ ਇਸ ਨੂੰ ਅਸੀਂ ਡਬਲ ਹੀ ਕਰਕੇ ਚੱਲੀਏ, ਠੀਕ ਹੈ, ਲੈਟ ਅਸ ਹੈਵ ਇਟ ਐਜ਼ ਅ ਡਬਲ, ਇਸ ਨੂੰ ਡਬਲ ਹੀ ਕਰ ਦਿੰਦੇ ਆ ਆਪਾਂ, ਠੀਕ ਹੈ। then in that case let's have the value to be 1 2 3, ਠੀਕ ਹੈ, ਕਿਉਂਕਿ ਇੱਥੇ ਵੀ ਆਪਾਂ ਡਬਲ ਹੀ ਲਿਖ ਦਿੰਦੇ ਆ। ਓਕੇ, ਸੋ ਐਂਡ ਉਸ ਤੋਂ ਬਾਅਦ ਨੇਮ ਲਿਖਾਂਗੇ ਆਪਾਂ equals to 3 4 5 ਐਂਡ ਇਹ ਵੀ ਆਪਣੇ ਕੋਲ ਆ। ਹੁਣ ਜਿਹੜਾ ਆਹ ਵਾਲਾ ਸੁਪਰ ਹੈ, ਜਦੋਂ ਮੈਂ ਇੱਥੇ ਕਲਿੱਕ ਕਰ ਰਿਹਾ, ਤੁਸੀਂ ਦੇਖੋ ਮੈਂ ਕੰਟਰੋਲ ਪ੍ਰੈਸ ਕਰਕੇ, ਇੱਥੇ ਕੰਟਰੋਲ ਪ੍ਰੈਸ ਕਰਕੇ ਜਦੋਂ ਕਲਿੱਕ ਕਰ ਰਿਹਾ ਮੈਂ, ਤਾਂ ਆਟੋਮੈਟਿਕਲੀ ਮੈਨੂੰ ਸੁਪਰ ਕਲਾਸ ਵਾਲੇ ਵੇਰੀਏਬਲ ਤੇ ਲੈ ਕੇ ਜਾ ਰਿਹਾ। ਐਂਡ ਅਦਰਵਾਈਜ਼ ਜਿਹੜਾ ਆ ਨੇਮ ਹੈ ਇਹ ਮੈਨੂੰ ਕਿੱਥੇ ਲੈ ਕੇ ਜਾ ਰਿਹਾ, ਸੇਮ ਕਲਾਸ ਲੈ ਕੇ ਜਾ ਰਿਹਾ। ਸੋ ਅਗਰ ਸੁਪਰ ਕਲਾਸ ਦੇ ਵੇਰੀਏਬਲ ਨੂੰ ਤੁਸੀਂ ਨਾਮ ਨੂੰ ਰੈਫਰ ਕਰਨਾ ਤਾਂ ਸੁਪਰ ਡਾਟ ਵੇਰੀਏਬਲ ਦਾ ਨਾਮ ਵੀ ਲਿਖ ਸਕਦੇ ਹੋ, ਤੇ ਜੇ ਸੇਮ ਕਲਾਸ ਦੇ ਨਾਮ ਵੇਰੀਏਬਲ ਨੂੰ ਤੁਸੀਂ ਰੈਫਰ ਕਰਨਾ ਤਾਂ ਸਿੰਪਲੀ ਤੁਸੀਂ ਉਸ ਦਾ ਨਾਮ ਲਿਖ ਸਕਦੇ ਹੋ। ਹਾਂਜੀ, ਕਲੀਅਰ ਹੈ ਬੇਟਾ? Yes, sir. ਠੀਕ ਹੈ ਬੇਟਾ। ਸੋ ਇਨ ਨੈਕਸਟ ਲੈਕਚਰ ਆਪਾਂ ਪੜਾਂਗੇ ਟਾਈਪਸ ਆਫ ਇਨਹੈਰੀਟੈਂਸ। ਇਨਹੈਰੀਟੈਂਸ ਦੀਆਂ ਡਿਫਰੈਂਟ ਟਾਈਪਸ ਕਿਹੜੀਆਂ ਹੁੰਦੀਆਂ, ਸਿੰਗਲ ਲੈਵਲ ਇਨਹੈਰੀਟੈਂਸ, ਠੀਕ ਹੈ, ਮਲਟੀ ਲੈਵਲ ਇਨਹੈਰੀਟੈਂਸ, ਐਂਡ ਉਸ ਤੋਂ ਬਾਅਦ ਇੱਕ ਹੁੰਦੀ ਹੈ ਬੇਟਾ ਮਲਟੀਪਲ ਇਨਹੈਰੀਟੈਂਸ। ਉਹ ਐਜ਼ ਇਟ ਇਜ਼ ਇੰਪਲੀਮੈਂਟ ਨਹੀਂ ਹੁੰਦੀ ਜਾਵਾ ਦੇ ਵਿੱਚ, ਉਹ ਆਪਾਂ ਥਰੂ ਇੰਟਰਫੇਸਿਸ ਕਰਦੇ ਹਾਂ, ਉਹ ਜਦੋਂ ਇੰਟਰਫੇਸਿਸ ਦੇਖਾਂਗੇ ਉਦੋਂ ਪੜਾਂਗੇ। ਦੈਨ ਇੱਕ ਕਨਸੈਪਟ ਹੁੰਦਾ ਮੈਥਡ ਓਵਰਰਾਈਡਿੰਗ ਦਾ, ਮਤਲਬ ਅਗਰ ਇਨਹੈਰੀਟੈਂਸ ਦੇ ਵਿੱਚ ਜਿਹੜੀ ਸੁਪਰ ਕਲਾਸ ਹੈ ਉਸ 'ਚ ਸੇਮ ਮੈਥਡ ਹੈ ਤੇ ਜਿਹੜਾ ਸਬ ਕਲਾਸ ਹੈ ਉਸ 'ਚ ਵੀ ਸੇਮ ਮੈਥਡ ਹੈ, ਤਾਂ ਉਹਨੂੰ ਕਿਵੇਂ ਹੈਂਡਲ ਕਰਨਾ, ਸੋ ਉਹ ਚੀਜ਼ ਬਾਰੇ ਆਪਾਂ ਦੇਖਾਂਗੇ ਨੈਕਸਟ ਲੈਕਚਰ। ਆਈ ਹੋਪ ਜਿੰਨਾ ਲੈਕਚਰ ਅੱਜ ਤੁਹਾਡਾ ਹੋਇਆਗਾ ਉਸ ਤੋਂ ਤੁਹਾਨੂੰ ਕੁਝ ਨਾ ਕੁਝ ਸਮਝ ਆ ਗਿਆ ਹੋਵੇਗਾ। ਹਾਂਜੀ, ਕਲੀਅਰ ਹੈ Yes, ਸਟੂਡੈਂਟਸ? sir. ਹਾਂਜੀ sir. Yes, sir. Yes, sir. ਠੀਕ ਹੈ ਬੇਟਾ, ਠੀਕ ਹੈ ਬੇਟਾ, ਥੈਂਕ ਯੂ ਸੋ ਮਚ। Thank you sir.